ਹਾਂਜੀ ਦੋਸਤੋ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਟੱਡੀ ਫਾਈਟਰਸ ਦੇ ਵਿੱਚ। ਕਈ ਵਾਰ ਤੁਹਾਡੇ ਨਾਲ ਕੀ ਬਣਦਾ ਹੈ ਕਿ ਆਪਾਂ ਕੋਈ ਸੀਰੀਅਲ ਦੇਖ ਰਹੇ ਹਾਂ, ਫਿਲਮ ਦੇਖ ਰਹੇ ਹਾਂ, ਉਹਦੇ ਵਿੱਚ ਦੋ ਤਰ੍ਹਾਂ ਦੇ ਪਾਤਰ ਹੁੰਦੇ ਨੇ, ਚੰਗਾ ਪਾਤਰ ਅਤੇ ਮਾੜਾ ਪਾਤਰ। ਕਈ ਵਾਰ ਚੰਗਾ ਪਾਤਰ ਜਿਹੜਾ ਉਸ ਦੇ ਨਾਲ ਬੁਰੀ ਬਣ ਜੇ, ਉਸ ਦੇ ਨਾਲ ਕੋਈ ਧੋਖਾ ਹੋ ਜੇ, ਉਸ ਦੇ ਨਾਲ ਕੋਈ ਘਟਨਾ ਵਾਪਰ ਜੇ ਤਾਂ ਆਪਾਂ ਨੂੰ ਦੁੱਖ ਜਿਹਾ ਫੀਲ ਹੁੰਦਾ, ਕਿਉਂਕਿ ਉਸ ਦੇ ਨਾਲ ਆਪਣੀਆਂ ਭਾਵਨਾਵਾਂ ਜੁੜ ਗਈਆਂ, ਆਪਾਂ ਨੂੰ ਕਹਾਣੀ ਦੇ 'ਚ ਰਸ ਆ ਰਹੇ ਹੈ। ਕਈ ਵਾਰ ਕੀ ਹੁੰਦਾ ਕਿ ਜਿਹੜਾ ਮਾੜਾ ਪਾਤਰ ਹੈ ਉਸ ਦੇ ਨਾਲ ਮਾੜੀ ਬਣ ਜੇ ਤਾਂ ਆਪਾਂ ਨੂੰ ਖੁਸ਼ੀ ਹੁੰਦੀ ਹੈ। ਕੋਈ ਜਿਹੜਾ ਮਾੜਾ ਪਾਤਰ ਹੈ ਉਹ ਚੰਗੇ ਪਾਤਰ ਨਾਲ ਬੁਰਾ ਕਰ ਜੇ ਤਾਂ ਆਪਾਂ ਨੂੰ ਉੱਥੇ ਦੁੱਖ ਹੁੰਦਾ ਹੈ, ਕਿਉਂਕਿ ਆਪਣੀਆਂ ਫੀਲਿੰਗਸ ਜੁੜ ਗਈਆਂ। ਜਦ ਕਿ ਅਸਲ ਦੇ ਵਿੱਚ ਆਪਾਂ ਉਹਨਾਂ ਨੂੰ ਚਾਹੇ ਨਹੀਂ ਵੀ ਜਾਣਦੇ, ਉਹ ਇੱਕ ਆਰਟੀਫਿਸ਼ੀਅਲ ਚੀਜ਼ ਹੈ, ਜਸਟ ਉਹ ਇੱਕ ਐਕਟਿੰਗ ਹੁੰਦੀ ਹੈ। ਫਿਰ ਵੀ ਆਪਾਂ ਨੂੰ ਰਸ ਆ ਰਿਹਾ ਉਸ ਕਹਾਣੀ 'ਚ, ਉਸ ਜੋ ਵੀ ਸੀਰੀਅਲ ਹੈ, ਫਿਲਮ ਹੈ, ਉਸ ਦੇ 'ਚ ਰਸ ਆ ਰਿਹਾ ਹੈ। ਤਾਂ ਇਹੀ ਰਸ ਦਾ ਟੌਪਿਕ ਅੱਜ ਆਪਾਂ ਪੰਜਾਬੀ ਦੇ ਵਿੱਚ ਡਿਸਕਸ ਕਰਾਂਗੇ। ਰਸ ਕੀ ਹੈ? ਇੱਕ ਫੀਲਿੰਗ ਹੈ, ਇੱਕ ਭਾਵਨਾ ਹੈ। ਇਸ ਦੇ ਵਿੱਚ ਕੀ ਹੁੰਦਾ ਕਿ ਆਪਾਂ ਭਾਵਨਾ ਦੇ ਵਿੱਚ ਬਹਿ ਕੇ ਕੁਝ ਨਾ ਕੁਝ ਐਕਸ਼ਨ ਲੈਂਦੇ ਹਾਂ, ਕੰਮ ਕਰਦੇ ਹਾਂ, ਉਹ ਕਿਸ ਤਰੀਕੇ ਨਾਲ ਨੇ, ਕਿਹੜੇ ਕਿਹੜੇ ਭਾਵ ਹੁੰਦੇ ਨੇ, ਤਾਂ ਆਪਾਂ ਅੱਜ ਰਸ ਦੇ ਟੌਪਿਕ ਵਿੱਚ ਸਮਝਾਂਗੇ। ਸਾਹਿਤ ਦੇ ਪੜ੍ਹਨ ਤੋਂ ਪਾਠਕ, ਸਰੋਤੇ ਜਾਂ ਦਰਸ਼ਕ ਨੂੰ ਟੁੰਬਣ ਵਾਲਾ, ਹਿਲੋਰਾ ਦੇਣ ਵਾਲਾ ਜੋ ਵੀ ਸੂਝ ਸੁਆਦਲਾ ਭਾਵ ਮਹਿਸੂਸ ਹੁੰਦਾ ਹੈ, ਉਸ ਨੂੰ ਕਾਵਿ ਸ਼ਾਸਤਰੀ ਸ਼ਬਦਾਵਲੀ ਦੇ ਵਿੱਚ ਰਸ ਕਿਹਾ ਜਾਂਦਾ ਹੈ। ਸਿੰਪਲ ਇਹ ਇੱਕ ਡੈਫੀਨੇਸ਼ਨ ਸੀ, ਬਾਕੀ ਕਹਾਣੀ ਤੁਹਾਨੂੰ ਦੱਸੇ ਦਿੱਤੀ। ਇਹਦੇ ਵਿੱਚ ਕੁਝ ਟਰਮਾਂ ਨੇ। ਨੰਬਰ 1 ਟਰਮ ਕੀ ਹੈ? ਸਥਾਈ ਭਾਵ। ਸਥਾਈ ਦਾ ਅਰਥ ਹੁੰਦਾ ਸਥਿਰ, ਫਿਕਸ। ਜਿਹੜਾ ਭਾਵ ਫਿਕਸ ਹੈ, ਜੋ ਤੁਹਾਨੂੰ ਗੁੱਸਾ ਆ ਗਿਆ, ਠੀਕ ਹੈ, ਗੁੱਸਾ ਆਇਆ, ਕ੍ਰੋਧ ਆਇਆ, ਤਾਂ ਕ੍ਰੋਧ ਕੀ ਹੈ? ਇੱਥੇ ਸਥਾਈ ਭਾਵ ਹੈ। ਮੈਂ ਇੱਕ ਐਗਜ਼ਾਮਪਲ ਦੇ ਰਿਹਾ ਕ੍ਰੋਧ ਦੀ, ਇਸੇ ਤਰ੍ਹਾਂ ਅਲੱਗ-ਅਲੱਗ ਭਾਵ ਆਪਾਂ ਸਮਝਾਂਗੇ ਅੱਗੇ। ਤਾਂ ਸਥਾਈ ਭਾਵ ਮੰਨ ਕੇ ਚਲੋ ਕ੍ਰੋਧ ਆਇਆ। ਹੁਣ ਜਦੋਂ ਕ੍ਰੋਧ ਆਇਆ, ਕ੍ਰੋਧ ਦੇ ਨਾਲ ਨਾਲ ਤੁਸੀਂ ਕੀ ਕਰ ਸਕਦੇ ਹੋ ਸਕਦਾ ਤੁਸੀਂ ਦੰਦ ਪੀਸਣੇ ਸ਼ੁਰੂ ਕਰ ਦਿੱਤੇ ਹੋਣ, ਹੋ ਸਕਦਾ ਤੁਹਾਡੇ ਮੱਥੇ 'ਚ ਤਿਉੜੀਆਂ ਪੈ ਗਈਆਂ ਹੋਣ, ਤੁਹਾਡੇ ਫੇਸ ਦੇ ਐਕਸਪ੍ਰੈਸ਼ਨ ਚੇਂਜ ਹੋ ਗਏ ਹੋਣ, ਤੁਹਾਡੇ ਹੱਥ 'ਚ ਕੋਈ ਚੀਜ਼ ਆਈ ਤੁਸੀਂ ਨੇ ਚੱਕ ਕੇ ਮਾਰੀ ਹੋਵੇ। ਤਾਂ ਇਹ ਜਿਹੜਾ ਤੁਸੀਂ ਐਕਸ਼ਨ ਬਾਕੀ ਕਰ ਰਹੇ ਹੋ ਉਹ ਕੀ ਸੀ? ਸੰਚਾਰੀ ਭਾਵ ਸੀ। ਮਤਲਬ ਸਥਿਰ ਜਿਹੜਾ ਸਥਾਈ ਭਾਵ ਹੈ ਉਹ ਫਿਕਸ ਹੈ, ਉਹ ਰਹੇਗਾ। ਗੁੱਸਾ ਇੱਕ ਸਥਾਈ ਭਾਵ ਹੈ। ਅਤੇ ਜੇਕਰ ਮੈਂ ਕਹਾਂ ਵੀ ਤੁਸੀਂ ਬਾਕੀ ਜਿਹੜੇ ਐਕਸ਼ਨ ਕੀਤੇ ਸੀ, ਤੁਹਾਡੇ ਮਨ 'ਚ ਹੋਰ ਵੀ ਫੀਲਿੰਗ ਆਈਆਂ ਹੋਣੀਆਂ, ਤੁਹਾਡੇ ਮਨ 'ਚ ਹੋ ਸਕਦਾ ਜਦੋਂ ਗੁੱਸਾ ਆ ਗਿਆ ਉਹਦਾ ਨੁਕਸਾਨ ਕਰਨ ਦੀ ਤੁਸੀਂ ਮਨ ਵਿੱਚ ਸੋਚੀ ਹੋਵੇ, ਤਾਂ ਉਹ ਨੁਕਸਾਨ ਕਰਨਾ ਸੋਚਣਾ ਉਹ ਕੀ ਸੀ? ਸੰਚਾਰੀ ਭਾਵ ਸੀ। ਮਤਲਬ ਆਇਆ ਅਤੇ ਥੋੜ੍ਹੇ ਜਿਹੇ ਟਾਈਮ ਬਾਅਦ ਚਲਾ ਗਿਆ। ਪਰ ਜਿਹੜਾ ਕ੍ਰੋਧ ਸੀ ਉਹ ਸਥਿਰ ਰਹਿੰਦਾ ਹੈ, ਉਹ ਮਤਲਬ ਇੱਕ ਪੁਆਇੰਟ ਕੰਪਲੀਟ ਹੋਣ 'ਤੇ ਹੀ ਖਤਮ ਹੁੰਦਾ ਹੈ। ਨੈਕਸਟ ਗੱਲ ਕਰਦੇ ਆਪਾਂ ਵਿਭਾਵ। ਵਿਭਾਵ ਕੀ ਹੈ? ਇਹ ਇੱਕ ਅਜਿਹੀ ਟਰਮ ਹੈ, ਇਹਨੂੰ ਇੱਦਾਂ ਸਮਝੋ ਵੀ ਕ੍ਰੋਧ, ਆਪਾਂ ਦੇਖੋ ਸਥਾਈ ਭਾਵ ਕੀ ਸਮਝ ਰਹੇ ਹਾਂ? ਕ੍ਰੋਧ ਕਿਵੇਂ ਆਇਆ? ਇਸ ਤਰ੍ਹਾਂ ਦੀ ਕਿਹੜੀ ਚੀਜ਼ ਸੀ, ਇਸ ਤਰ੍ਹਾਂ ਦੀ ਕਿਹੜੀ ਸਮੱਗਰੀ ਸੀ ਜਿਹੜੀ ਕ੍ਰੋਧ ਲੈ ਕੇ ਆਈ? ਤਾਂ ਉਹ ਕੀ ਹੈ? ਵਿਭਾਵ ਹੈ। ਅਤੇ ਇਹ ਜਿਹੜਾ ਵਿਭਾਵ ਹੈ ਇਹ ਦੋ ਤਰ੍ਹਾਂ ਦਾ ਹੁੰਦਾ ਜੀ, ਠੀਕ ਹੈ, ਇਹਨੂੰ ਧਿਆਨ ਦੇ ਵਿੱਚ ਰੱਖੋ ਤੁਸੀਂ। ਦੋ ਤਰ੍ਹਾਂ ਦਾ ਇਹ ਮੰਨਿਆ ਜਾਂਦਾ। ਇੱਕ ਤਾਂ ਹੁੰਦਾ ਅਲੰਬਨ, ਮਤਲਬ ਕਿ ਇਹ ਸਥਿਰ ਹੈ, ਇਹ ਬੇਸ ਦਾ ਕੰਮ ਕਰਦਾ, ਇਹ ਆਧਾਰ ਦਾ ਕੰਮ ਕਰਦਾ, ਇਹ ਸਹਾਰਾ ਦਿੰਦਾ ਹੈ, ਠੀਕ ਹੈ। ਅਲੰਬਨ ਕੀ ਹੈ? ਸਹਾਰਾ ਦਿੰਦਾ। ਕ੍ਰੋਧ ਨੂੰ ਸਹਾਰਾ ਕਿਹਨੇ ਦਿੱਤਾ? ਕਿਸ ਚੀਜ਼ ਨੇ ਸਹਾਰਾ ਦਿੱਤਾ? ਅਤੇ ਉਦੀਪਨ ਹੁੰਦਾ, ਉਤੇਜਨਾ ਪੈਦਾ ਕਰਦਾ, ਉਸ ਕ੍ਰੋਧ ਨੂੰ ਹੋਰ ਹਾਈ ਲੈਵਲ 'ਤੇ ਲੈ ਕੇ ਜਾਂਦਾ। ਹੋ ਸਕਦਾ ਘੱਟ ਗੁੱਸਾ ਸੀ, ਉਸ ਨੂੰ ਹੋਰ ਗੁੱਸਾ ਦਿਵਾਉਣ ਲਈ ਤੁਹਾਡੇ ਮਨ 'ਚ ਇੱਕ ਗੱਲ ਹੋਰ ਆ ਗਈ ਹੋਵੇ, ਤਾਂ ਉਹ ਉਦੀਪਨ ਹੈ। ਤਾਂ ਇਸ ਤਰੀਕੇ ਨਾਲ ਇਹ ਇਸ ਦੀਆਂ ਕੁਝ ਇੰਪੋਰਟੈਂਟ ਟਰਮਾਂ ਸੀ ਜਿਨ੍ਹਾਂ ਦੇ ਵਿੱਚੋਂ ਕੁਐਸਚਨ ਬਣ ਜਾਂਦਾ ਹੈ। ਜਦੋਂ ਪੇਪਰ ਪਾਉਣ ਵਾਲੇ ਨੇ ਤੁਹਾਡੇ ਨਾਲ ਵੈਰ ਕੱਢਣਾ ਹੋਵੇ ਤਾਂ ਉਹ ਕੁਐਸਚਨ ਕੀ ਕਰਦਾ ਹੈ? ਬਣਾ ਦਿੰਦਾ ਹੈ, ਠੀਕ ਹੈ ਜੀ। ਤਾਂ ਅੱਗੇ ਸਮਝਦੇ ਹਾਂ ਰਸ ਦੀਆਂ ਕਿਸਮਾਂ। ਜਿਹੜੀਆਂ ਰਸ ਹੈ ਇਸ ਦੇ ਵਿੱਚ ਭਾਵ ਮੰਨਦੇ ਆਪਾਂ ਮੇਨ ਤੌਰ 'ਤੇ ਆਪਾਂ 9 ਤਰ੍ਹਾਂ ਦੇ ਭਾਵ ਮੰਨਦੇ ਹਾਂ। 9 ਤਰ੍ਹਾਂ ਦੇ ਆਪਣੇ 'ਚ ਫੀਲਿੰਗਸ ਆਪਾਂ ਮੰਨਦੇ ਹਾਂ, ਭਾਵ ਮੰਨਦੇ ਹਾਂ। ਤਾਂ ਇਹਨਾਂ ਦੇ ਬੇਸ 'ਤੇ 9 ਤਰੀਕੇ ਨਾਲ ਆਪਾਂ ਰਸ ਨੂੰ ਡਿਸਕਸ ਕਰਾਂਗੇ। ਮੇਨ ਤੌਰ 'ਤੇ ਰਸ ਦੀਆਂ ਕਿਸਮਾਂ ਆਪਾਂ ਮਤਲਬ 9 ਤਰ੍ਹਾਂ ਦੇ ਰਸ ਨੇ ਜਿਹੜੇ ਉਹ ਡਿਸਕਸ ਕਰਦੇ ਹਾਂ। ਤਾਂ ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਾਂਗੇ ਸ਼ਿੰਗਾਰ ਰਸ। ਸ਼ਿੰਗਾਰ ਦੇ ਬਸ ਇਹਨਾਂ ਦੇ ਸਥਾਈ ਭਾਵਾਂ ਨੂੰ ਜ਼ਰੂਰ ਧਿਆਨ ਦੇ 'ਚ ਰੱਖ ਲਿਓ। ਜੇ ਤੁਹਾਡੇ ਸਥਾਈ ਭਾਵ ਯਾਦ ਹੋ ਗਏ, ਇਹਦਾ ਮਤਲਬ ਤੁਹਾਡੇ ਇਹ ਸਾਰੀ ਕਹਾਣੀ ਜਿਹੜੀ ਉਹ ਕੀ ਹੋ ਗਈ? ਯਾਦ ਹੋ ਗਈ, ਠੀਕ ਹੈ। ਕਹਾਣੀ ਹੀ ਕਹਾਂਗੇ ਅੱਜ ਦੀ ਕਲਾਸ, ਤਾਂ ਇੰਟਰਸਟਿੰਗ ਹੋਏਗੀ, ਠੀਕ ਹੈ। ਅਲੱਗ-ਅਲੱਗ ਭਾਵਾਂ ਨੂੰ ਆਪਾਂ ਨੇ ਸਮਝਣਾ। ਤਾਂ ਪ੍ਰੇਮ ਜਾਂ ਕਹਿ ਲਓ ਪ੍ਰੀਤ ਜਾਂ ਪਿਆਰ, ਇਹ ਸ਼ਿੰਗਾਰ ਰਸ ਦਾ ਕੀ ਹੁੰਦਾ ਜੀ? ਕਹਿ ਸਕਦੇ ਹਾਂ ਸਥਾਈ ਭਾਵ ਹੁੰਦਾ। ਹੁਣ ਦੇਖੋ ਇੱਥੇ ਮੈਂ ਗੱਲ ਕੀਤੀ ਹੈ ਪ੍ਰੀਤ ਦੀ, ਠੀਕ ਹੈ। ਹੋ ਸਕਦਾ ਪ੍ਰੀਤ ਜੁੜੀ ਹੋਵੇ, ਮਿਲਾਪ ਹੋਇਆ ਹੋਵੇ, ਹੋ ਸਕਦਾ ਪ੍ਰੀਤ ਟੁੱਟੀ ਹੋਵੇ, ਵਿਛੋੜਾ ਹੋਇਆ ਹੋਵੇ। ਤਾਂ ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਸੰਯੋਗ, ਜਿੱਥੇ ਸੰਯੋਗ ਦੀ ਗੱਲ ਹੈ, ਵਸਲ ਮਿਲਾਪ ਦੀ ਗੱਲ ਹੈ, ਜਾਂ ਫਿਰ ਕਹਿ ਸਕਦੇ ਆਪਾਂ ਵਿਜੋਗ, ਵਿਰਹਾ ਵਿਛੋੜੇ ਦੀ ਗੱਲ ਹੈ। ਤਾਂ ਉੱਥੇ ਕਿਹੜਾ ਰਸ ਕੰਮ ਕਰ ਰਿਹਾ ਹੈ? ਸ਼ਿੰਗਾਰ ਰਸ ਕੰਮ ਕਰ ਰਿਹਾ ਹੈ। ਇਹਦੀ ਐਗਜ਼ਾਮਪਲ ਦੇਵਾਂਗੇ, ਇਹਦੀ ਉਦਾਹਰਨ ਦੇਵਾਂਗੇ, ਫਿਰ ਗੱਲ ਪਕੜ 'ਚ ਆਊਗੀ। ਜਿਵੇਂ ਦੇਖੋ ਜੀ ਤੁਹਾਡੇ ਸਾਹਮਣੇ ਇੱਕ ਰਚਨਾ ਲਿਖੀ ਪਈ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ। ਇਹਨਾਂ ਦੀ ਰਚਨਾ ਹੈ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜ਼ਾਈਆਂ ਦਾ ਓਡਣ, ਨਾਗ ਨਿਵਾਸਾਂ ਦਾ ਰਹਿਣਾ। ਤਾਂ ਇੱਥੇ ਉਹ ਕੀ ਕਹਿ ਰਹੇ ਨੇ ਵੀ ਮਿੱਤਰ ਪਿਆਰੇ ਨੂੰ ਮਤਲਬ ਮੁਰੀਦਾਂ ਦੇ ਹਾਲ ਦੀ ਗੱਲ ਕਰ ਰਹੇ ਨੇ। ਉੱਥੇ ਵਿਛੋੜੇ ਦੀ ਗੱਲ ਹੈ, ਉੱਥੇ ਵਿਜੋਗ ਦੀ ਗੱਲ ਹੈ, ਵਿਰਹਾ ਦੀ ਗੱਲ ਹੈ। ਤਾਂ ਇਸ ਤਰ੍ਹਾਂ ਪ੍ਰੀਤ ਦੀ ਗੱਲ ਹੈ, ਸਮਝ ਰਹੇ ਹੋ ਵੀ ਪ੍ਰੀਤ ਨਾਲ ਜੁੜਨ ਦੀ ਗੱਲ ਹੈ। ਤਾਂ ਇਸ ਤਰ੍ਹਾਂ ਇੱਥੇ ਪ੍ਰੀਤ ਇੱਕ
ਭਾਵ ਦੇ ਰੂਪ ਵਿੱਚ ਸਥਾਈ ਭਾਵ ਹੈ ਜਿਹੜਾ ਪ੍ਰੀਤ ਕਿਹਦਾ ਹੈ? ਸ਼ਿੰਗਾਰ ਰਸ ਦਾ। ਬਸ ਇਹਨੂੰ ਇਹਦੇ ਨਾਲ ਅਟੈਚ ਤੁਸੀਂ ਕਰ ਲਓਗੇ, ਠੀਕ ਹੈ। ਨੈਕਸਟ ਗੱਲ ਹੈ, ਦੇਖੋ, ਨੀ ਅੱਜ ਕੋਈ ਆਇਆ ਸਾਡੇ ਵਿਹੜੇ, ਤੱਕਣ ਚੰਨ ਸੂਰਜ ਟੁਕ ਟੁਕ ਨੇੜੇ। ਇੱਥੇ ਮਿਲਣ ਦੀ ਗੱਲ ਹੈ, ਮਿਲਾਪ ਦੀ ਗੱਲ ਹੈ, ਵੀ ਕੋਈ ਅੱਜ ਸਾਡੇ ਵਿਹੜੇ ਆਇਆ, ਸਾਨੂੰ ਮਿਲੇ ਹੈ ਉਹ, ਠੀਕ ਹੈ। ਲੱਸੇ ਨਹੀਂ ਉਹਦਾ ਮੱਥਾ ਤਾਰਿਆਂ ਵਾਂਗੂ, ਆਇਆ ਨਹੀਂ ਖੌਰੇ ਅੰਬਰ ਘੁੰਮ ਘੁੰਮ ਗੇੜੇ। ਤਾਂ ਇਸ ਤਰੀਕੇ ਨਾਲ ਇਹ ਕੀ ਹੈ, ਮੋਹਨ ਸਿੰਘ ਨੇ ਇਸ ਦੇ ਵਿੱਚ ਕੀ ਕੀਤਾ, ਮਿਲਾਪ ਦੀ ਗੱਲ ਕਰ ਰਹੇ ਹੈ ਉਹ। ਕਹਿੰਦਾ ਵੀ ਅੱਜ ਕੋਈ ਸਾਡੇ ਵਿਹੜੇ ਆਏ ਹੈ, ਸਾਨੂੰ ਮਿਲੇ ਹੈ, ਉਹਦੇ ਨਾਲ ਸੰਜੋਗ ਬਣਿਆ, ਸਾਡਾ ਵਸਲ ਹੋਇਆ, ਮਿਲਾਪ ਹੋਇਆ। ਤਾਂ ਇੱਥੇ ਕਿਹੜੀ ਪ੍ਰੀਤ ਦੀ ਗੱਲ ਹੋ ਗਈ? ਮਿਲਾਪ ਦੀ, ਸੰਜੋਗ ਦੀ। ਇਸ ਤਰ੍ਹਾਂ ਇਹਦੇ ਵਿੱਚ ਕੀ ਵਰਤਿਆ ਗਿਆ? ਸ਼ਿੰਗਾਰ ਰਸ ਵਰਤਿਆ ਗਿਆ। ਤਾਂ ਨੈਕਸਟ ਆਪਾਂ ਡਿਸਕਸ ਕਰਦੇ ਹਾਂ ਜੀ। ਨੈਕਸਟ ਜੋ ਦੂਸਰੀ ਕਿਸਮ ਹੈ, ਦੂਸਰੀ ਕਿਸਮ ਹੈ ਜੀ ਹਾਸ ਰਸ। ਆਪਾਂ ਜੋ ਮਤਲਬ ਕੋਈ ਤੁਹਾਨੂੰ ਵੀਡੀਓ ਸੁਣਦੇ ਸੁਣਦੇ ਕਈ ਵਾਰ ਹਾਸਾ ਆ ਜੇ, ਉਹ ਵੀਡੀਓ ਦੇ ਵਿੱਚ ਹਾਸ ਰਸ ਹੁੰਦਾ, ਠੀਕ ਹੈ। ਤਾਂ ਇਸ ਤਰ੍ਹਾਂ ਸਮਝ ਲਿਆ ਕਰੋ ਤੁਸੀਂ। ਇਸ ਦਾ ਜਿਹੜਾ ਸਥਾਈ ਭਾਵ ਹੈ ਉਹ ਕੀ ਹੋਊਗਾ? ਹਾਸਾ। ਤਾਂ ਹਾਸਾ ਆਉਣ ਦਾ ਕਾਰਨ ਕੀ ਹੋਇਆ, ਠੀਕ ਹੈ। ਹਾਸੇ ਨੂੰ ਉੱਪਰ ਕੌਣ ਲੈ ਕੇ ਜਾਊਗਾ, ਉਹ ਆਪਾਂ ਚੀਜ਼ਾਂ ਡਿਸਕਸ ਕਰ ਚੁੱਕੇ ਹਾਂ, ਠੀਕ ਹੈ। ਹੋ ਸਕਦਾ ਹਾਸਾ ਆਉਂਦੇ ਆਉਂਦੇ ਆਪਾਂ ਕੀ ਕਰੀਏ, ਕੋਈ ਆਪਣੇ ਬੁੱਲਾਂ ਦੇ ਐਕਸਪ੍ਰੈਸ਼ਨ ਚੇਂਜ ਹੋਣਗੇ, ਚਿਹਰੇ ਦੇ ਐਕਸਪ੍ਰੈਸ਼ਨ ਚੇਂਜ ਹੋਣਗੇ, ਹੈ ਨਾ। ਹਾਸੇ ਨਾਲ ਨਾਲ ਆਪਣਾ ਕਈ ਵਾਰ ਆਪਾਂ ਕੀ ਕਰਾਂਗੇ, ਹੱਥ ਪੈਰ ਉਛਲਣਗੇ ਵੀ ਖੁਸ਼ੀ 'ਚ। ਤਾਂ ਇਹ ਸਭ ਚੀਜ਼ਾਂ ਕੀ ਨੇ, ਮਤਲਬ ਉਸ ਦੇ ਨਾਲ ਰਿਲੇਟ ਕਰਦੀਆਂ ਨੇ, ਠੀਕ ਹੈ। ਤਾਂ ਹਾਸ ਰਸ ਦਾ ਕੀ ਮਤਲਬ ਹੈ? ਜਦੋਂ ਸਾਨੂੰ ਜ਼ਿੰਦਗੀ ਫਿੱਕੀ ਫਿੱਕੀ ਲੱਗਦੀ ਹੈ, ਖੁਸ਼ੀਆਂ ਖੇੜਿਆਂ ਅਤੇ ਚਾਅ ਦੇ ਪਲ ਘਟਦੇ ਹਨ, ਉਦੋਂ ਖਿੜ ਖਿੜ ਹਾਸਾ ਸਾਨੂੰ ਰੌਣਕਾਂ ਬਖਸ਼ਦਾ ਹੈ। ਇਸ ਰੌਣਕਾਂ ਬਖਸ਼ ਹਾਸੇ ਤੋਂ ਹੀ ਹਾਸ ਰਸ ਹੈ ਜਿਹੜਾ ਉਹ ਉਜਾਗਰ ਹੁੰਦਾ ਹੈ। ਮਤਲਬ ਕਿ ਹਾਸ ਰਸ ਹਾਸੇ ਨਾਲ ਸੰਬੰਧਿਤ ਹੈ। ਸਿੰਪਲ ਵਾਲੀਆਂ ਡੈਫੀਨੇਸ਼ਨਾਂ 'ਚ ਉਲਝਣ ਦੀ ਕੋਈ ਲੋੜ ਨਹੀਂ, ਠੀਕ ਹੈ। ਇੱਕ ਇੱਥੇ ਗੱਲ ਦੇਖੋ, ਨਿੱਕੇ ਹੁੰਦੇ ਢੱਗੇ ਚਾਰੇ, ਵੱਡੇ ਹੋਏ ਹਲ ਵਾਹਿਆ, ਬੁੱਢੇ ਹੋਏ ਮਾਲਾ ਫੇਰੀ, ਰੱਬ ਦਾ ਉਲਾਮਾ ਲਾਹਿਆ। ਲਓ, ਇੱਥੇ ਮਤਲਬ ਆਇਆ ਇਹ ਮਤਲਬ ਮੈਂ ਪੜ੍ਹਿਆ ਸੀ, ਕਹਿੰਦੇ ਵੀ ਹਾਸ ਰਸ 'ਚ ਆਉਣਾ ਚਾਹੀਦਾ ਹੈ। ਚਲੋ ਆਪਾਂ ਤੁਹਾਡੇ ਨਾਲ ਡਿਸਕਸ ਕਰ ਲਿਆ, ਹੱਸਣਾ ਤੁਹਾਡਾ ਕੰਮ ਸੀ, ਠੀਕ ਹੈ। ਨੈਕਸਟ ਦੇਖਿਓ ਫਿਰ ਇਹਦੇ 'ਚ ਗੱਲ ਬਣੂਗੀ ਕੀ ਹੈ। ਮੈਡਮ ਕੀ ਆਖਾਂ ਤੈਨੂੰ ਕਿਵੇਂ ਆਖਾਂ, ਅੱਜ ਆਖਣੇ ਦੀ ਪੈ ਗਈ ਲੋੜ ਹੀਰੇ, ਫਸਟ ਏਡ ਦੀ ਥਾਂ ਤੂੰ ਰੇਡ ਕੀਤਾ, ਸਾਡੇ ਹਿੱਲੇ ਆਈ ਜੋੜ ਜੋੜ ਹੀਰੇ। ਇਹਦੇ 'ਚ ਦੇਖਿਓ ਹਾਸਾ ਆਉਂਦਾ। ਜੇ ਤੂੰ ਖੇੜਿਆਂ ਆਵਾਜ਼ ਨਹੀਂ ਰਹਿ ਸਕਦੀ, ਮੱਝਾਂ ਚਾਰੀਆਂ ਦੇ ਪੈਸੇ ਮੋੜ ਹੀਰੇ, ਮੇਰੇ ਟੀਏ ਡੀਏ ਦਾ ਕਰ ਲੇਖਾ, ਮੈਂ ਨਾ ਮੰਗਤਾ ਲੱਖ ਕਰੋੜ ਹੀਰੇ। ਤਾਂ ਇਹਦੇ ਵਿੱਚ ਮਤਲਬ ਹਾਸ ਰਸ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੀਰ ਦੁਆਰਾ, ਠੀਕ ਹੈ। ਤਾਂ ਉੱਪਰਲੀ ਰਚਨਾ ਸੁਥਰੇ ਦੀ ਅਤੇ ਇਹ ਤੀਰ ਦੀ ਸੀ, ਠੀਕ ਹੈ। ਤਾਂ ਇਸ ਤਰੀਕੇ ਨਾਲ ਇਹਨਾਂ ਨੂੰ ਤੁਸੀਂ ਧਿਆਨ ਦੇ 'ਚ ਰੱਖੋਗੇ। ਤਾਂ ਨੈਕਸਟ ਆਪਾਂ ਗੱਲ ਕਰਦੇ ਹਾਂ ਜੀ, ਅਗਲਾ ਜੋ ਰਸ ਹੈ ਕਰੁਣਾ ਰਸ। ਤਾਂ ਕਰੁਣਾ ਦੇ ਵਿੱਚ ਕੀ ਹੁੰਦਾ? ਸ਼ੋਕ, ਸੋਗ। ਇਹ ਇਸ 'ਤੇ ਕੀ ਨੇ? ਸਥਾਈ ਭਾਵ ਨੇ। ਸਥਾਈ ਭਾਵ ਇੰਪੋਰਟੈਂਟ ਨੇ, ਇਹਨਾਂ ਦੇ ਬੇਸ 'ਤੇ ਹੀ ਰਸ ਦੀ ਪਹਿਚਾਣ ਹੋਊਗੀ, ਠੀਕ ਹੈ ਜੀ। ਸ਼ੋਕ, ਸੋਗ, ਹਮਦਰਦੀ ਦੀ ਸੰਵੇਦਨਾ ਡੂੰਘੀ ਹੁੰਦੀ ਹੈ ਇਹਦੇ 'ਚ, ਠੀਕ ਹੈ। ਹਮਦਰਦੀ ਦੀ ਗੱਲ ਹੈ, ਸੰਵੇਦਨਾ ਦੀ ਗੱਲ ਹੈ, ਸ਼ੋਕ ਦੀ ਗੱਲ ਹੈ, ਸੋਗ ਦੀ ਗੱਲ ਹੈ, ਠੀਕ ਹੈ। ਤਾਂ ਇਹ ਸਭ ਇਹਦੇ 'ਚ ਆਉਣਗੇ, ਕਰੁਣਾ ਰਸ ਦੇ ਵਿੱਚ ਆਉਣਗੇ। ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਲਿਖਦੇ ਨੇ, ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ। ਤਾਂ ਇਸ ਦੇ ਵਿੱਚ ਉਹ ਕਰੁਣਾ ਰਸ ਪੇਸ਼ ਕਰ ਰਹੇ ਨੇ। ਅਤੇ ਇਸ ਤੋਂ ਬਿਨਾਂ ਦੇਖੋ, ਭਾਵੇਂ ਸ਼ਾਮ ਹਮ, ਇਹ ਸ਼ਾਮ ਹਮ ਦੀ ਰਚਨਾ ਸੈਕਿੰਡ ਜੋ ਆਪਾਂ ਐਗਜ਼ਾਮਪਲ ਲੈ ਰਹੇ ਹਾਂ, ਭਾਵੇਂ ਸ਼ਾਮ ਹਮ ਜਿਹੜਾ ਉਹ ਵੀਰ ਰਸੇ ਦੇ ਵਿੱਚ ਗਿਣਦੇ ਆਪਾਂ, ਮਤਲਬ ਵੀਰ ਕਾਵਤਾਰਾ ਦੇ ਵਿੱਚ ਉਸ ਨੂੰ ਗਿਣਦੇ ਹਾਂ। ਪਰ ਉਸ ਦੀ ਜਿਹੜੀ ਰਚਨਾ ਸੀ ਜੰਗਨਾਮਾ ਸਿੰਘਾਂ ਦੇ ਫਿਰੰਗੀਆਂ, ਉਹਦੇ 'ਚ ਉਹ ਵੀਰ ਰਸ ਵੀ ਪੇਸ਼ ਕਰ ਰਿਹਾ ਹੈ। ਪਰ ਲਾਸਟ ਦੇ ਵਿੱਚ ਉਹ ਜਾ ਕੇ ਕੀ ਆਖਦਾ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ, ਸ਼ਾਹ ਮੁਹੰਮਦ ਦਾ ਇੱਕ ਸਰਕਾਰ ਵਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਠੀਕ ਹੈ। ਤਾਂ ਇਸ ਤਰੀਕੇ ਨਾਲ ਇਸ ਰਚਨਾ ਦੇ ਵਿੱਚ ਲਾਸਟ ਵਿੱਚ ਉਹ ਸ਼ੋਕ ਦੀ ਗੱਲ ਕਰਦਾ, ਸੋਗ ਦੀ ਗੱਲ ਕਰਦਾ ਹੈ ਵੀ ਬਹੁਤ ਵਧੀਆ ਬਹਾਦਰੀ ਨਾਲ ਲੜੇ ਸੀ ਖਾਲਸੇ, ਪਰ ਫਿਰ ਵੀ ਕੀ ਹੋ ਗਿਆ, ਅੰਤ ਨੂੰ ਹਾਰ ਗਏ, ਠੀਕ ਹੈ। ਇੱਥੇ ਸ਼ੋਕ ਪ੍ਰਗਟ ਕਰ ਰਿਹਾ, ਸੋਗ ਪ੍ਰਗਟ ਕਰ ਰਿਹਾ ਉਹ, ਠੀਕ ਹੈ ਜੀ। ਤਾਂ ਇਸ ਤਰੀਕੇ ਨਾਲ ਇਸ ਨੂੰ ਅਸੀਂ ਕਾਹਦੇ 'ਚ ਗਿਣਾਂਗੇ? ਕਰੁਣਾ ਰਸ ਦੇ ਵਿੱਚ ਗਿਣਾਂਗੇ। ਨੈਕਸਟ ਗੱਲ ਇੱਕ ਹੋਰ ਹੈ, ਤਾਂ ਇਹ ਇੱਥੇ ਦੇਖਿਓ, ਅੱਜ ਆਖਾਂ ਵਾਰਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ, ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ, ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਬੈਣ, ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਸ ਸ਼ਾਹ ਨੂੰ ਕਹਿਣ, ਬੇ ਦਰਦ ਮੰਦਾ ਦਿਆ ਦਰਦੀਆ, ਉੱਠ ਤੱਕ ਆਪਣਾ ਪੰਜਾਬ, ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ। ਤਾਂ ਇੱਥੇ ਸ਼ੋਕ ਪ੍ਰਗਟ ਕਰ ਰਹੀ ਹੈ ਉਹ, ਸੋਗ ਪ੍ਰਗਟ ਕਰ ਰਹੀ ਹੈ, ਹਮਦਰਦੀ ਜਤਾ ਰਹੀ ਹੈ ਉਹ, ਠੀਕ ਹੈ। ਵੀ ਤੂੰ ਇਹਨਾਂ ਪ੍ਰਤੀ ਹਮਦਰਦੀ, ਸੰਵੇਦਨਾ ਦੀ ਗੱਲ ਹੈ ਇੱਥੇ, ਠੀਕ ਹੈ। ਵੀ ਤੈਨੂੰ ਦਰਦ ਨਹੀਂ ਆ ਰਿਹਾ, ਮਤਲਬ ਉੱਥੇ ਇੱਕ ਤਰੀਕੇ ਨਾਲ ਸੋਗ ਦੀ ਗੱਲ ਕੀਤੀ ਗਈ ਹੈ, ਠੀਕ ਹੈ। ਤਾਂ ਇਹਦੇ 'ਚ ਕਰੁਣਾ ਰਸ ਹੈ ਜਿਹੜਾ ਉਹ ਪੇਸ਼ ਕੀਤਾ ਗਿਆ। ਤਾਂ ਇਸ ਦੀਆਂ ਦੋ ਤਿੰਨ ਐਗਜ਼ਾਮਪਲਾਂ ਕਰ ਲਈਆਂ ਆਪਾਂ ਨੇ, ਠੀਕ ਹੈ, ਕਰੁਣਾ ਰਸ ਦੀਆਂ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਰੌਦਰ ਰਸ। ਇਹਦਾ ਸਥਾਈ ਭਾਵ ਕੀ ਹੈ? ਕਰੋਧ। ਤਾਂ ਹੁਣ ਉਹੀ ਗੱਲ ਹੈ, ਕਰੋਧ ਦੀ ਗੱਲ ਆਪਾਂ ਡਿਸਕਸ ਕਰ ਚੁੱਕੇ ਹਾਂ। ਕਰੋਧ, ਠੀਕ ਹੈ, ਮਤਲਬ ਗੁੱਸਾ।
ਤਾਂ ਕ੍ਰੋਧ ਹੈ ਜਿਹੜਾ ਉਹ ਸਥਾਈ ਭਾਵ ਹੈ। ਪਰ ਗੱਲ ਸੁਣੋ, ਜਦੋਂ ਤੁਹਾਨੂੰ ਕ੍ਰੋਧ ਆ ਰਿਹਾ ਹੋਵੇ ਤਾਂ ਤੁਸੀਂ ਦੰਦ ਪੀਸਦੇ ਹੋ ਸਕਦੇ ਹੋ, ਲਲਕਾਰਨਾ ਵੀ ਕਿਸੇ ਨੂੰ ਆਪਾਂ ਲਲਕਾਰ ਦਿੰਦੇ ਹਾਂ ਵੀ ਐਵੇਂ ਨਹੀਂ ਐਂ ਕਰਕੇ ਦਿਖਾ ਫਿਰ, ਹੈ ਨਾ। ਹਥਿਆਰ ਚੁੱਕਣਾ, ਗਰਜਣਾ, ਡੀਂਗ ਮਾਰਨਾ ਆਦਿ ਅਨੁਭਵ ਹਨ। ਚੰਚਲਤਾ ਹੋਈ, ਈਰਖਾ ਹੋਈ, ਨਿੰਦਾ ਹੋਈ, ਤਾਂ ਇਹ ਸਭ ਸੰਚਾਰੀ ਭਾਵ ਨੇ, ਮਤਲਬ ਕਿ ਇਹਨਾਂ ਤੋਂ ਸੰਚਾਰ ਹੁੰਦਾ ਹੈ। ਠੀਕ ਹੈ, ਅੱਗੇ ਰਿਸਕਦੇ ਨੇ ਇਹ। ਠੀਕ ਹੈ, ਆਦਾਨ ਪ੍ਰਦਾਨ ਹੁੰਦਾ ਵੀ ਇਹ ਮਤਲਬ ਕਿਰਿਆਵਾਂ ਕਰਦੇ ਹਾਂ ਆਪਾਂ। ਤਾਂ ਜਦੋਂ ਆਪਾਂ ਨੂੰ ਦੇਖੋ ਗੁੱਸਾ ਆਇਆ, ਗੁੱਸਾ ਕੀ ਸੀ? ਸਥਾਈ ਭਾਵ ਸੀ। ਗੁੱਸਾ ਆਇਆ ਤਾਂ ਆਪਾਂ ਨੇ ਇਹ ਕਿਰਿਆਵਾਂ ਕੀਤੀਆਂ, ਇਹ ਕੀ ਨੇ? ਸੰਚਾਰੀ ਭਾਵ ਨੇ। ਸਮਝ ਰਹੇ ਹੋ ਵੀ ਇਹ ਤਾਂ ਅੱਗੇ ਪਿੱਛੇ ਕੁਛ ਵੀ ਇਹਨਾਂ 'ਚ ਹੋ ਸਕਦਾ ਹੈ, ਪਰ ਮੇਨ ਜੜ ਕਿਹੜੀ ਸੀ? ਕ੍ਰੋਧ। ਠੀਕ ਹੈ, ਤਾਂ ਜਦੋਂ ਕ੍ਰੋਧ ਦੀ ਗੱਲ ਹੈ, ਗੁੱਸੇ ਦੀ ਗੱਲ ਹੈ, ਤਾਂ ਉੱਥੇ ਰੌਦਰ ਰਸ ਯੂਜ਼ ਹੋ ਰਿਹਾ ਹੁੰਦਾ ਹੈ। ਠੀਕ ਹੈ, ਇਸ ਚੀਜ਼ ਨੂੰ ਤੁਸੀਂ ਧਿਆਨ ਦੇ 'ਚ ਰੱਖੋਗੇ। ਤਾਂ ਇਸ ਦੀ ਇਹ ਇੱਕ ਵੱਡੀ ਸਾਰੀ ਰਚਨਾ ਹੈ। ਠੀਕ ਹੈ, ਇਸ ਰਚਨਾ ਨੂੰ ਪੜ੍ਹਨ ਦਾ ਕੰਮ ਕਿਹਦਾ? ਤੁਹਾਡਾ ਇਹ। ਠੀਕ ਹੈ ਜੀ, ਇਹ ਤੁਹਾਡਾ ਕੰਮ ਹੈਗਾ। ਇਸ ਨੂੰ ਪੜ੍ਹਿਓ ਇੱਕ ਵਾਰ, ਕਿਉਂਕਿ ਕਈ ਵਾਰ ਕੀ ਹੁੰਦਾ ਹੈ ਰਚਨਾ ਹੀ ਰਿਪੀਟ ਹੋ ਜਾਂਦੀ ਹੈ, ਤਾਂ ਉੱਥੇ ਲੋੜ ਹੀ ਨਹੀਂ ਪੈਂਦੀ ਇਹ ਪੜ੍ਹ ਕੇ ਦਿਮਾਗ ਲਗਾਉਣ ਦੀ। ਠੀਕ ਹੈ, ਰਚਨਾ ਧਿਆਨ ਦੇ 'ਚ ਰਹਿ ਰਹੀ ਹੋਵੇ। ਤਾਂ ਅੱਗੇ ਗੱਲ ਆ ਗਈ ਜੀ ਵੀਰ ਰਸ ਦੀ। ਵੀਰ ਰਸ ਨੂੰ ਬੱਬੇ ਨਾਲ ਅਤੇ ਵਾਵੇ ਨਾਲ ਦੋਨਾਂ ਨਾਲ ਲਿਖ ਆਪਾਂ ਨੂੰ ਮਿਲਦਾ, ਤਾਂ ਅਸੀਂ ਤੁਹਾਨੂੰ ਦੋਨਾਂ ਨਾਲ ਹੀ ਲਿਖਵਾਇਆ। ਤਾਂ ਨੈਕਸਟ ਦੇਖਿਓ, ਇਹਦੇ ਵਿੱਚ ਆਪਾਂ ਸਮਝਦੇ ਹਾਂ ਕੀ ਹੈ ਕਿ ਇਸ ਦਾ ਜਿਹੜਾ ਸਥਾਈ ਭਾਵ ਯਾਦ ਕਰੋ ਕੀ ਹੈ? ਉਤਸ਼ਾਹ, ਜੋਸ਼, ਸਭ ਕੁਛ ਉਖਾੜ ਦੇਂਗੇ। ਠੀਕ ਹੈ, ਇੱਦਾਂ ਮਤਲਬ ਪੂਰਾ ਜੋਸ਼ ਦੇ ਵਿੱਚ। ਠੀਕ ਹੈ, ਉਹ ਚੀਜ਼। ਤਾਂ ਹੌਸਲਾ ਭਰਪੂਰ ਕਿਰਿਆ ਹੁੰਦੀ ਹੈ, ਹੈ ਨਾ। ਵੀ ਆਪਾਂ ਨੂੰ ਕਈ ਵਾਰ ਲੜਨ ਦਾ ਹੌਸਲਾ ਆ ਰਿਹਾ ਹੋਵੇ, ਨੱਚਣ ਕੁੱਦਣ ਕੁਛ ਕਰਨ ਦਾ, ਵੀ ਆਪਾਂ ਯਾਰ ਅੱਜ ਤਾਂ ਹੁਣ ਤਾਂ ਪੇਪਰ ਨੂੰ ਉਖਾੜ ਕੇ ਡੇਗ ਦੇਣਾ ਪਰਾਂ, ਯਾਰ ਮਾਰ ਚੱਕ ਕੇ ਇਹਨੂੰ ਪੇਪਰ ਨੂੰ। ਠੀਕ ਹੈ, ਮਤਲਬ ਪੂਰਾ ਜੋਸ਼ ਆ ਰਿਹਾ ਹੋ, ਇਹ ਪੋਜ਼ਿਟਿਵ ਜੋਸ਼ ਆਪਾਂ ਮੰਨ ਸਕਦੇ ਹਾਂ। ਕ੍ਰੋਧ ਕੀ ਇੱਕ ਨੈਗੇਟਿਵ ਜੋਸ਼ ਹੈਗਾ, ਉਹ ਵੀ ਜੋਸ਼ ਹੈ ਪਰ ਉਹ ਨੈਗੇਟਿਵ ਹੈ, ਉਹ ਆਪਾਂ ਨੂੰ ਕ੍ਰੋਧ 'ਚ ਆਏ, ਹੈ ਨਾ। ਤਾਂ ਇਸ ਤਰ੍ਹਾਂ ਇਹਦੇ 'ਚ ਕੀ ਹੁੰਦਾ? ਹੌਸਲਾ ਭਰਪੂਰ ਇਹ ਕਿਰਿਆ ਹੈ। ਜਿਵੇਂ ਕਿ ਇੱਥੇ ਗੱਲ ਕੀਤੀ ਗਈ ਹੈ, ਸ਼ਾਹ ਮੁਹੰਮਦ ਕੀ ਗੱਲ ਕਰਦਾ ਹੈ? ਇਹ ਵੀ ਜੰਗਨਾਮਾ ਸਿੰਘਾਂ ਦੇ ਫਿਰੰਗੀਆਂ ਦੇ ਵਿੱਚੋਂ ਲਏ ਹੈਗੇ ਜੀ ਪੈਰਾ, ਉਹ ਵੀ ਸੀ। ਉਹਦੇ 'ਚ ਕਰੋਨਾ ਰਸ ਸੀ, ਇਹਦੇ 'ਚ ਕਿਹੜਾ ਵੀਰ ਰਸ ਹੈ। ਹੁਣ ਵੀਰ ਰਸ ਦੇ 'ਚ ਦੇਖਿਓ ਉਹ ਜੋਸ਼ ਦੀ ਗੱਲ ਕਰਨਗੇ, ਕੀ ਆਖ ਰਹੇ ਨੇ? ਝੰਡੇ ਨਿਕਲੇ ਕੂਚ ਦਾ ਹੁਕਮ ਹੋਇਆ, ਚੜੇ ਸੂਰਮੇ ਸਿੰਘ ਦਲੇਰ ਮੀਆਂ, ਚੜੇ ਪੁੱਤ ਸਰਦਾਰਾਂ ਦੇ ਸ਼ੈਲ ਬਾਂਕੇ, ਜਿਵੇਂ ਵੇਲਿਓਂ ਨਿਕਲਦੇ ਸ਼ੇਰ ਮੀਆਂ। ਤਾਂ ਇੱਦਾਂ ਮਤਲਬ ਉਹ ਪੂਰੀ ਗਰਸ ਦੇ ਨਾਲ, ਪੂਰੇ ਤੜ ਦੇ ਨਾਲ, ਪੂਰੇ ਜੋਸ਼ ਦੇ ਨਾਲ ਇਹ ਗੱਲ ਇੱਥੇ ਪੇਸ਼ ਕੀਤੀ ਗਈ ਹੈ ਵੀ ਜਿਵੇਂ ਸ਼ੇਰ ਬਾਹਰ ਨਿਕਲਦੇ ਨਾ, ਐਵੇਂ ਨਿਕਲੇ। ਜੋਸ਼, ਉਤਸ਼ਾਹ ਪੇਸ਼ ਕੀਤਾ ਗਿਆ ਇੱਥੇ। ਠੀਕ ਹੈ, ਤਾਂ ਇਹ ਕੀ ਹੋ ਗਿਆ? ਵੀਰ ਰਸ ਹੋ ਗਿਆ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ, ਦੇਖੋ ਇਹ ਰਚਨਾ। ਠੀਕ ਹੈ, ਤਾਂ ਇਹ ਰਚਨਾ ਵੀ ਵੀਰ ਰਸੀ ਹੈ। ਠੀਕ ਹੈ, ਇਹਨੂੰ ਤੁਸੀਂ ਧਿਆਨ ਦੇ 'ਚ ਰੱਖੋਗੇ। ਐਗਜ਼ਾਮਪਲਾਂ ਤੁਹਾਡੇ ਸਾਹਮਣੇ ਨੇ, ਅਲੱਗ-ਅਲੱਗ ਐਗਜ਼ਾਮਪਲ ਦੇਣ ਦਾ ਮਕਸਦ ਇਹ ਹੁੰਦਾ ਹੈ ਵੀ ਕਈ ਵਾਰ ਡਾਇਰੈਕਟ ਇਹੀ ਐਗਜ਼ਾਮਪਲ ਹੋ ਸਕਦਾ ਤੁਹਾਡੇ ਕੰਮ ਆ ਜੇ ਕਦੇ। ਠੀਕ ਹੈ, ਤਾਂ ਅੱਗੇ ਆ ਗਿਆ ਜੀ ਨੈਕਸਟ ਰਸ ਹੈ ਜੋ ਭਿਆਨਕ ਰਸ। ਭਿਆਨਕ ਰਸ ਦਾ ਜਿਹੜਾ ਸਥਾਈ ਭਾਵ ਹੈ ਇਹ ਹੈ ਜੀ ਭੈ, ਡਰ। ਠੀਕ ਹੈ, ਡਰ, ਭੈ, ਭਿਆਨਕ। ਆਪਾਂ ਨੂੰ ਕੋਈ ਚੀਜ਼ ਆਪਾਂ ਕਹਿੰਦੇ ਨੇ ਤਾਂ ਭਿਆਨਕ ਚੀਜ਼ ਹੈ, ਮਤਲਬ ਉਹ ਤੋਂ ਆਪਾਂ ਨੂੰ ਡਰ ਆਉਂਦਾ ਹੈ ਨਾ, ਆਪਾਂ ਨੂੰ ਉਹ ਤੋਂ ਭੈ ਆਉਂਦਾ, ਉਹ ਕੀ ਚੀਜ਼? ਭਿਆਨਕ। ਠੀਕ ਹੈ, ਜਿਵੇਂ ਚਾਰ ਪਾਵ ਦੋਈ ਸਿੰਘ, ਗੁੰਗ ਮੁਖ ਤਬ ਕੈਸੇ ਗੁਣ ਗਈ, ਉਠਤ ਬੈਠਤ ਠੇਗਾ ਪਰੇ ਹੈ ਤਬ ਕਤ ਮੂਡ ਲੁਕੋਈ। ਮਤਲਬ ਕਿ ਇਹ ਉਸ ਰੂਪ 'ਚ ਗੱਲ ਕਰ ਰਹੇ ਨੇ ਵੀ ਜਿਵੇਂ ਆਪਾਂ ਕੋਈ ਜਾਨਵਰ ਹੈ, ਉਸ 'ਤੇ ਚਾਰ ਪੈਰ ਸਿੰਘ ਹੁੰਦੇ ਨੇ, ਅਤੇ ਉਸ ਤੋਂ ਉੱਠਦੇ ਬੈਠਦੇ ਉਸਦੇ ਆਪਾਂ ਕੀ ਮਾਰਦੇ? ਡੰਡਾ ਮਾਰਦੇ ਹਾਂ, ਹੈ ਨਾ, ਵੀ ਜਿਵੇਂ ਜਾਨਵਰਾਂ ਨਾਲ ਆਪਾਂ ਸਲੂਕ ਕਰਦੇ ਹਾਂ। ਤਾਂ ਉਹ ਚੀਜ਼ ਮਤਲਬ ਇੱਥੇ ਡਰ ਦੀ ਭਾਵਨਾ ਪੇਸ਼ ਕੀਤੀ ਗਈ ਹੈ। ਅਤੇ ਇੱਕ ਗੱਲ ਮੈਂ ਦੋਸਤੋ ਤੁਹਾਨੂੰ ਹੋਰ ਦੱਸਦਾ, ਹੋ ਸਕਦਾ ਜਿਹੜੀਆਂ ਮੈਂ ਐਗਜ਼ਾਮਪਲਾਂ ਲਈਆਂ ਨੇ 'ਚ ਥੋੜ੍ਹੀ ਬਹੁਤ ਕੋਈ ਲਗਾ ਮਾਤਰਾ ਇੱਧਰ ਉੱਧਰ ਹੋ ਗਈ ਹੋਵੇ, ਮਾਫ਼ ਕਰਿਓ, ਕਿਉਂਕਿ ਬਹੁਤੀਆਂ ਤੁੱਕਾਂ ਆਪਾਂ ਨੇ ਬਾਣੀ ਦੀਆਂ ਯੂਜ਼ ਕੀਤੀਆਂ ਨੇ। ਠੀਕ ਹੈ, ਉਹਦੇ ਲਈ ਆਪਾਂ ਐਡਵਾਂਸ 'ਚ ਮਾਫ਼ੀ ਮੰਗਦੇ ਹਾਂ। ਅਤੇ ਇਸ ਤੋਂ ਬਿਨਾਂ ਕੁਝ ਮਤਲਬ ਰਚਨਾਵਾਂ ਦੀਆਂ ਲਗਾ ਮਾਤਰਾਵਾਂ ਉਰਾਂ ਪਰਾਂ ਹੋ ਸਕਦੀਆਂ ਨੇ। ਠੀਕ ਹੈ, ਇਸ ਚੀਜ਼ ਨੂੰ ਤੁਸੀਂ ਧਿਆਨ ਦੇ 'ਚ ਰੱਖੋਗੇ, ਕਿਉਂਕਿ ਮੇਨ ਫੋਕਸ ਅੱਜ ਆਪਣਾ ਕਾਹਦੇ 'ਤੇ ਹੈ? ਰਸ 'ਤੇ ਹੈ, ਐਗਜ਼ਾਮਪਲਾਂ 'ਤੇ ਹੈ। ਠੀਕ ਹੈ, ਤਾਂ ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਅਦਭੁਤ ਰਸ। ਇਸ ਦਾ ਜਿਹੜਾ ਸਥਾਈ ਭਾਵ ਹੈ ਉਹ ਹੈ ਮਤਲਬ ਕਿ ਹੈਰਾਨੀ, ਅਸਚਰਜ, ਵਿਸਮੈ। ਠੀਕ ਹੈ, ਅਦਭੁਤ ਆਪਾਂ ਕਹਿ ਦਿੰਦੇ ਇਹ ਚੀਜ਼ ਕਿੰਨੀ ਅਦਭੁਤ ਹੈ, ਅਜੂਬਾ। ਠੀਕ ਹੈ, ਤਾਂ ਉਹ ਕੀ ਆਪਾਂ ਹੈਰਾਨ ਜਿਹੜੀ ਚੀਜ਼ ਤੋਂ ਆਪਾਂ ਕਹਿ ਦਿੰਦੇ ਵੀ ਇਹ ਚੀਜ਼ ਕਿੰਨੀ ਅਦਭੁਤ ਹੈ, ਅਜੂਬਾ ਹੀ ਹੈ, ਤਾਂ ਮਤਲਬ ਆਪਾਂ ਉੱਥੇ ਹੈਰਾਨ ਹੋਏ, ਅਸਚਰਜ ਹੋਇਆ, ਵਿਸਮੈ ਹੋਇਆ। ਤਾਂ ਇਹ ਇਸ 'ਤੇ ਕੀ ਹੋ ਗਏ ਜੀ? ਸਥਾਈ ਭਾਵ ਹੋ ਗਏ। ਇਹਨਾਂ ਨੂੰ ਤੁਸੀਂ ਧਿਆਨ ਦੇ 'ਚ ਰੱਖੋਗੇ। ਜਿਵੇਂ ਕਿ ਇੱਥੇ ਗੱਲ ਕੀਤੀ ਗਈ ਹੈ, ਕਬੀਰ ਐਸਾ ਕੋਈ ਨਾ ਜੰਮਿਆ, ਆਪਣੇ ਘਰ ਲਾਵੇ ਅੱਗ, ਪੰਚਿਓ ਲਰੀਕਾ ਜਾਰੀਕੈ, ਰਹਿ ਰਾਮ ਲਿਵ ਲੱਗ। ਠੀਕ ਹੈ, ਤਾਂ ਇਸ ਤਰੀਕੇ ਨਾਲ ਮਾਫ਼ ਕਰਿਓ ਜੀ, ਮੈਨੂੰ ਥੋੜ੍ਹਾ ਜਿਹਾ ਆਪਣਾ ਇੱਦਾਂ ਥੋੜ੍ਹੀ ਜਿਹੀ ਘੱਟ ਨੌਲੇਜ ਹੈ ਨਾ, ਵੀ ਕਈ ਵਾਰ ਆਪਾਂ ਕੀ ਕਰ ਦਿੰਦੇ ਹਾਂ ਬਾਣੀ ਦਾ ਥੋੜ੍ਹਾ ਬਹੁਤ ਉਰਾਂ ਪਰਾਂ ਉਚਾਰਨ ਹੋ ਜਾਂਦਾ। ਠੀਕ ਹੈ, ਤਾਂ ਨੋ ਪ੍ਰੋਬਲਮ, ਇਗਨੋਰ ਕਰਿਓ ਪਲੀਜ਼। ਨੈਕਸਟ ਆਪਾਂ ਇਹੀ ਇੱਕ ਐਗਜ਼ਾਮਪਲ ਹੋਰ ਸੀ। ਠੀਕ ਹੈ, ਤਾਂ ਕਬੀਰ ਦੀ ਹੈ ਇਹ ਵੀ ਐਗਜ਼ਾਮਪਲ, ਤਾਂ ਇਹਨੂੰ ਵੀ ਤੁਸੀਂ ਜ਼ਰੂਰ ਡਿਸਕਸ ਕਰ ਲਿਓ। ਅਦਭੁਤ ਰਸ ਦੀਆਂ ਇਹ ਐਗਜ਼ਾਮਪਲਾਂ ਨੇ। ਬਸ ਇਹਦੇ 'ਚ ਇੱਕ ਚੀਜ਼ ਧਿਆਨ 'ਚ ਰੱਖੋਗੇ ਤੁਸੀਂ, ਹੈਰਾਨੀ ਹੁੰਦੀ ਹੈ। ਜਿਵੇਂ ਸ਼ੌਕ ਨਹੀਂ ਕਹਿੰਦੇ ਨੇ, ਕੋਈ ਸ਼ੌਕ ਲੱਗਿਆ, ਮਤਲਬ ਇੱਕਦਮ ਆਪਾਂ ਨੂੰ ਕੀ ਹੋਇਆ? ਮਤਲਬ ਵਿਸਮੈ ਪ੍ਰਗਟ ਹੋਇਆ। ਠੀਕ ਹੈ, ਅਦਭੁਤ ਕੋਈ ਚੀਜ਼ ਲੱਗੀ, ਅਸਚਰਜ ਹੋਇਆ। ਤਾਂ ਨੈਕਸਟ ਆਪਾਂ ਗੱਲ ਕਰਦੇ ਹਾਂ ਵਿਪਤ ਰਸ
ਤਾਂ ਇਸ ਦੇ ਵਿੱਚ ਕੀ ਹੈ, ਘਰੇਣਾ ਸੂਗ ਨਹੀਂ ਆਉਂਦੀ ਹੁੰਦੀ, ਆਪਾਂ ਕਹਿੰਦੇ ਅਕਲ ਕਰਨੀ ਜਾਂਦੀ ਕਿਸੇ ਚੀਜ਼ ਤੋਂ, ਉਹ ਚੀਜ਼ ਹੈ ਇਹਦੇ ਵਿੱਚ, ਠੀਕ ਹੈ। ਤਾਂ ਸਿੰਪਲ ਤੁਸੀਂ ਇੱਦਾਂ ਯਾਦ ਰੱਖੋਗੇ। ਕਈ ਵਾਰ ਕੋਈ ਬਾਹਲੇ ਲੋਕਾਂ ਨੂੰ ਆਦਤ ਜੀ ਹੁੰਦੀਆਂ ਨੇ ਵੀ ਉਹ ਇਹੀਆਂ ਗੱਲਾਂ ਕਰੀ ਜਾਂਦੇ ਨੇ, ਆਪਾਂ ਨੂੰ ਅਕਲ ਕਰਨੀ ਜਾਣ ਲੱਗ ਜਾਂਦੇ, ਉਹਨਾਂ ਨੂੰ ਘਰੇਣਾ ਆ ਜਾਂਦੀ ਹੈ, ਸੂਗ ਆ ਜਾਂਦੀ ਹੈ, ਤਾਂ ਉਹ ਕੀ ਹੈ, ਵਿਪਤ ਰਸ ਹੈ, ਠੀਕ ਹੈ। ਬਸ ਇਹਦੇ ਵਿੱਚ ਇਹ ਸਥਾਈ ਭਾਵ ਨੂੰ ਯਾਦ ਰੱਖਿਓ। ਜਿਵੇਂ ਇਹਦੇ ਵਿੱਚ ਦੇਖੋ ਗੱਲ ਕੀਤੀ ਗਈ ਹੈ, ਜਗਦੀ ਜੋਤ ਸੀ ਤਾਂ ਚੌਂ ਪਾਸੇ ਸੀ ਭੰਬਟ, ਅੱਜ ਮੁਰਦਾ ਮਾਸ ਇਹ ਤਾਂ ਚੌ ਪਾਸੇ ਕੀੜਿਆਂ ਦਾ ਝੁਰਮਟ। ਹੁਣ ਕੀੜਿਆਂ ਦੇ ਝੁਰਮਟ ਦੀ ਗੱਲ ਹੈ, ਦੇਖੋ ਹੈ ਨਾ। ਤਾਂ ਜਦ ਛਲਕ ਆਏ ਜੋਬਨ ਤੇ ਟੁੱਟ ਜਾਣ ਬੀੜੇ, ਕਿਸੇ ਲਹੂ ਕਿਸੇ ਚਿੱਟੇ ਲਹੂ ਨੂੰ, ਕਿਸੇ ਰੋਤੇ ਲਹੂ ਨੂੰ ਚਮੁੱਟ ਜਾਣ ਕੀੜੇ, ਠੀਕ ਹੈ। ਲਹੂ ਨੂੰ ਦੇਖੋ ਕੀੜੇ, ਉੱਥੇ ਕੀੜਿਆਂ ਦੀ ਗੱਲ ਹੈ। ਇਹ ਲਹੂਆਂ ਨੂੰ ਘੋਲਦੇ ਤੇ ਮਿੱਟੀ ਨੂੰ ਕਚੋਲਦੇ, ਹੱਥਾਂ ਵਿੱਚ ਰੋਲਦੇ ਪੈਰਾਂ ਵਿੱਚ ਰੋਲਦੇ, ਚੁੰਝਾਂ ਨਾਲ ਫੋਲਦੇ ਨੋਹਾਂ 'ਚ ਫਰੋਲਦੇ। ਤਾਂ ਹੁਣ ਦੇਖੋ ਵੀ ਉਹ ਕਿੱਡੀ ਮਤਲਬ ਸੂਗ ਜਿਹੀ ਵਾਲੀ ਗੱਲ ਕੀਤੀ ਗਈ ਹੈ ਇਹਦੇ 'ਚ। ਤਾਂ ਇਹਦੇ 'ਚ ਘਰੇਣਾ ਆ ਰਹੀ ਹੈ ਆਪਣੀ ਚੀਜ਼ ਤੋਂ, ਤਾਂ ਇਹ ਕੀ ਹੈ, ਵਿਪਤ ਰਸ ਇੱਥੇ ਯੂਜ਼ ਕੀਤਾ ਗਿਆ ਹੈ। ਇੱਦਾਂ ਦੀਆਂ ਰਚਨਾਵਾਂ ਵੀ ਆਪਾਂ ਨੂੰ ਪੰਜਾਬੀ ਸਾਹਿਤ 'ਚ ਮਿਲਦੀਆਂ ਨੇ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਸ਼ਾਂਤ ਰਸ ਦੀ। ਸ਼ਾਂਤ ਰਸ ਦੇ ਵਿੱਚ ਕੀ ਹੋਊਗਾ, ਵੈਰਾਗ ਦੀ ਗੱਲ ਹੈ। ਜਿਵੇਂ ਕਿਸੇ ਦਾ ਕਹਿੰਦੇ BP ਡਾਊਨ ਹੋ ਰਿਹਾ ਤਾਂ ਚੁੱਪ ਜਾ ਕਰੇ ਬੈਠੇ ਹੁੰਦੇ, ਵੈਰਾਗ 'ਚ ਹੁੰਦਾ ਮਤਲਬ, ਹੈ ਨਾ। ਉਹ ਤਾਂ ਵੈਰਾਗ ਦੇ ਵਿੱਚ ਉਹ ਕਈ ਵਾਰ ਸ਼ਾਂਤ ਜਿਹਾ ਹੋ ਕੇ ਬਹਿ ਜਾਂਦਾ, ਉਹ ਸ਼ਾਂਤ ਰਸ ਹੈ। ਸ਼ਾਂਤੀ, ਵੈਰਾਗ, ਅਗਮ, ਚੈਨ, ਬੇਮੁਖਤਾ, ਵੀ ਕਈ ਵਾਰ ਆਪਣੇ ਕਿਸ ਤੋਂ ਮੁੱਖ ਮੁੜ ਗਿਆ, ਬੇਮੁਖਤਾ ਹੋ ਗਈ, ਕੋਈ ਆਪਣੇ ਰੁੱਸ ਕੇ ਚਲਾ ਗਿਆ, ਇਹ ਇਕੱਲਾਪਣ ਹੋ ਸਕਦਾ। ਵੈਰਾਗ, ਉਦਾਸੀ, ਠੀਕ ਹੈ। ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਸਿਰੇ ਦੀ ਸੁਣਾਤੀ ਵੀ ਬਲੱਡ ਘਟ ਰਿਹਾ ਹੋਵੇ, ਚੁੱਪ ਜਾ ਕਰਿਆ ਬੈਠਿਆ ਹੁੰਦਾ, ਕਿਉਂਕਿ ਕਈ ਵਾਰ ਉਸ 'ਤੇ ਅੰਦਰੋਂ ਮਨ ਨੂੰ ਠੇਸ ਲੱਗੀ ਹੋਵੇ, ਉਹ ਸ਼ਾਂਤ ਰਸ ਹੈ, ਠੀਕ ਹੈ। ਉੱਥੇ ਸ਼ਾਂਤੀ, ਚੈਨ, ਇਹ ਚੀਜ਼ਾਂ ਵਿੱਚ ਸ਼ਾਮਲ ਹੋ ਸਕਦੀਆਂ ਨੇ, ਠੀਕ ਹੈ। ਤਾਂ ਇਹ ਸਭ ਚੀਜ਼ਾਂ ਦੇ ਲਈ ਇੱਕ ਐਗਜ਼ਾਮਪਲ ਮੈਂ ਤੁਹਾਨੂੰ ਲਾਸਟ ਵਿੱਚ ਦੱਸ ਕੇ ਜਾ ਰਹੀ ਹਾਂ, ਇਸ ਐਗਜ਼ਾਮਪਲ ਨੂੰ ਜ਼ਰੂਰ ਪੜ੍ਹਿਓ, ਠੀਕ ਹੈ। ਅਤੇ ਇਸ ਦੇ ਵਿੱਚ ਸ਼ਾਂਤ ਰਸ ਦੀ ਪੇਸ਼ਕਾਰੀ ਹੋਈ ਹੈ। ਤਾਂ ਦੋਸਤੋ ਕਲਾਸ ਸਿੰਪਲ ਜੀ ਸੀ, ਛੋਟੀ ਜਿਹੀ ਕਲਾਸ ਸੀ, ਜਿਸ ਦੇ ਵਿੱਚ ਆਪਾਂ ਡਿਸਕਸ ਕਰ ਰਹੇ ਹਾਂ ਰਸ ਦਾ ਟੌਪਿਕ। ਤਾਂ ਰਸ ਦੀਆਂ ਇਹੀ ਕਿਸਮਾਂ ਨੇ। ਲਾਸਟ ਵਿੱਚ ਮੈਂ ਤੁਹਾਡੇ ਨਾਲ ਇੱਕ ਚੀਜ਼ ਹੋਰ ਸਾਂਝੀ ਕਰਾਂਗਾ, ਮਤਲਬ ਆਪਾਂ ਨੇ ਕੀ ਕਰਨਾ ਹੈਗਾ, ਇਹਦੇ ਵਿੱਚ ਸਥਾਈ ਭਾਵ ਇੰਪੋਰਟੈਂਟ ਨੇ, ਠੀਕ ਹੈ। ਸਥਾਈ ਭਾਵ ਇੰਪੋਰਟੈਂਟ ਨੇ, ਆਪਾਂ ਸਥਾਈ ਭਾਵ ਨੂੰ ਇੱਕ ਵਾਰ ਦੁਬਾਰਾ ਜਿਵੇਂ ਸ਼ਾਰਟ ਦੇ ਵਿੱਚ ਦੇਖਾਂਗੇ, ਠੀਕ ਹੈ। ਤਾਂ ਇਹਦੇ ਵਿੱਚ ਦੇਖੋ ਜੀ, ਗੱਲ ਸੀ ਇੱਥੇ ਸ਼ਿੰਗਾਰ, ਬਸ ਸ਼ਿੰਗਾਰ ਪ੍ਰੀਤ, ਸ਼ਿੰਗਾਰ ਦਾ ਸਥਾਈ ਭਾਵ ਕੀ ਹੈ, ਪ੍ਰੀਤ। ਇਸ ਤੋਂ ਬਾਅਦ ਦੇਖੋ ਹਾਸ ਰਸ ਦਾ ਸਥਾਈ ਭਾਵ ਕੀ ਹੈ, ਹਾਸਾ। ਇਹ ਤਾਂ ਸਿੰਪਲ ਜੀ ਗੱਲ ਹੋਊਗੀ, ਠੀਕ ਹੈ। ਨੈਕਸਟ ਗੱਲ ਆਪਾਂ ਕਰਦੇ ਹਾਂ ਕਰੋਨਾ ਰਸ ਦੀ। ਕਰੋਨਾ ਰਸ ਦਾ ਸਥਾਈ ਭਾਵ ਕੀ ਹੈ, ਸ਼ੋਕ ਜਾਂ ਸੋਗ। ਨੈਕਸਟ ਗੱਲ ਆ ਗਈ ਰੌਦਰ ਰਸ ਦੀ। ਰੌਦਰ ਰਸ ਦਾ ਸਥਾਈ ਭਾਵ ਕੀ ਹੈ, ਕਰੋਧ। ਨੈਕਸਟ ਆਪਾਂ ਗੱਲ ਕਰਦੇ ਹਾਂ ਵੀਰ ਰਸ ਦੀ। ਤਾਂ ਵੀਰ ਰਸ ਵਿੱਚ ਕੀ ਹੋਊਗਾ, ਹੌਸਲਾ ਹੋਊਗਾ, ਜੋਸ਼ ਹੋਊਗਾ, ਪੂਰੀ ਵੀਰਤਾ ਹੋਊਗੀ, ਸੁਰਮਤਾਈ ਹੋਊਗੀ, ਠੀਕ ਹੈ। ਤਾਂ ਇਸ ਚੀਜ਼ ਨੂੰ ਤੁਸੀਂ ਯਾਦ ਰੱਖੋਗੇ, ਬਹਾਦਰੀ ਹੋਊਗੀ ਇਹਦੇ 'ਚ, ਠੀਕ ਹੈ। ਤਾਂ ਭਿਆਨਕ ਰਸਤੇ 'ਚ ਡਰ ਲੱਗੂਗਾ ਆਪਾਂ ਨੂੰ, ਭੈ ਹੋਊਗਾ, ਡਰ ਹੋਊਗਾ, ਠੀਕ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ ਅਦਭੁਤ ਰਸ ਦਾ ਸਥਾਈ ਭਾਵ ਕੀ ਹੈ, ਅਸਚਰਜ, ਵਿਸਮੈ। ਨੈਕਸਟ ਆਪਾਂ ਗੱਲ ਕਰਦੇ ਹਾਂ ਵਿਪਤਸ ਰਸ। ਇਹਦੇ ਵਿੱਚ ਕੀ ਹੋਊਗਾ, ਘਰੇਣਾ, ਸੂਗ, ਠੀਕ ਹੈ, ਸੜਿਆਂਦ ਜੀ ਵਾਲੀ ਗੱਲ ਕੀਤੀ ਗਈ ਹੋਊਗੀ। ਤਾਂ ਸ਼ਾਂਤ ਰਸ ਦੇ ਵਿੱਚ ਕੀ ਹੋਊਗਾ ਜੀ, ਵੈਰਾਗ ਹੋਊਗਾ। ਤਾਂ ਇਸ ਤਰੀਕੇ ਨਾਲ ਆਪਾਂ ਨੇ 9 ਰਸ ਡਿਸਕਸ ਕੀਤੇ ਨੇ। ਕਲਾਸ ਕਿਸ ਤਰ੍ਹਾਂ ਦੀ ਲੱਗੀ ਲਾਸਟ ਵਿੱਚ ਦੱਸਿਓ, ਕਲਾਸ ਦੇ ਵਿੱਚੋਂ ਕਿੰਨਾ ਕੁ ਰਸ ਤੁਸੀਂ ਨੇ ਮਤਲਬ ਗ੍ਰਹਿਣ ਕੀਤਾ, ਠੀਕ ਹੈ। ਇਸ ਚੀਜ਼ ਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ। ਇਹ ਕਲਾਸ ਤੋਂ ਬਿਨਾਂ ਛੰਦ, ਅਲੰਕਾਰ ਆਪਾਂ ਕਰਾ ਚੁੱਕੇ ਹਾਂ। CDP ਪੰਜਾਬੀ ਸੁੱਖ ਨਾਲ ਕਾਫੀ ਚੀਜ਼ਾਂ ਆਪਣੇ ਚੈਨਲ ਦੇ ਉੱਤੇ ਪਈਆਂ ਨੇ, ਠੀਕ ਹੈ। ਉਹਨਾਂ ਨੂੰ ਇੰਜੋਏ ਕਰੋ। ਪੰਜਾਬੀ ਵਿਆਕਰਨ ਦੀ ਗ੍ਰਾਮਰ ਵਾਲੀ ਜਿਹੜੀ ਆਪਣੀ ਮੈਰਾਥਨ ਹੈ, ਉਸ ਨੂੰ ਦੁਬਾਰਾ ਅਟੈਂਡ ਜ਼ਰੂਰ ਕਰ ਲਓ, ਠੀਕ ਹੈ। ਜਿੰਨੇ ਵਾਰ ਕਰ ਸਕਦੇ ਹੋ ਉਹਨੂੰ ਉੰਨੇ ਵਾਰ ਕਰੋ, ਕਿਉਂਕਿ ਉਹਦੇ 'ਚ ਮਟੀਰੀਅਲ ਹੀ ਇੰਨਾ ਜ਼ਿਆਦਾ ਸੀ, ਜੇ ਤੁਸੀਂ ਉਹਨੂੰ ਵਾਰ-ਵਾਰ ਦੇਖੋਗੇ ਫਿਰ ਉਹ ਚੀਜ਼ਾਂ ਦਿਮਾਗ 'ਚ ਬੈਠਣਗੀਆਂ। ਇੱਕ ਦਿਨ 'ਚ ਨਹੀਂ ਉਹ ਮਟੀਰੀਅਲ ਤਿਆਰ ਹੋਇਆ, ਬੜੇ ਦਿਨਾਂ ਦੀ ਮਿਹਨਤ ਸੀ, ਅਤੇ ਜਿਹੜੀ ਤੁਹਾਨੂੰ 2 ਘੰਟਿਆਂ 'ਚ ਮੈਂ ਘੋਲ ਕੇ ਪਿਲਾਤੀ ਸੀ, ਠੀਕ ਹੈ। ਤਾਂ ਉਹ ਚੀਜ਼ਾਂ ਨੂੰ ਰਿਪੀਟ ਕਰਿਓ, ਦੁਬਾਰਾ ਦੇਖਿਓ। ਥੈਂਕ ਯੂ ਸੋ ਮਚ।